सो सतगुर महे समाना एह बाणी जो जियो जाने तिस अंतर रवे हर नामा बाणी गुरु गुरु है बाणी विच बाणी अमृत सारे गुर बाणी कहे सेवक जन मानै परतख गुरु निस्तारे बाणी बिरलो विचार सी जे को गुरमुख होए एह बाणी महापुरख की निज कर वासा होए सलोक महला पहला नानक फिकै बोले तन मन फिका होए फिको फिका सदीय फिके फिकी सोए फिका दरग सटीय मोह तुका फिके पाए फिका मूरख आखिय पाना लह सजाए महला पहला अंदरों झूठे पैज बाहर दुनिया अंदर फैल 68 तीरथ जे नामे उतर नाही मैल जिन पट अंदर बाहर गुदड़ ते पले संसार तिन नेह लगा रब सेती देखने विचार रंग हसें रंग रोवें चुप पी कर जाहें परवाह नाही किस केरी बाज सचे नहा दर वाट ऊपर खर्च मंगाम जब देता खाहिम दीवान एको कलम एकम हम तुम अमील
दर लै लेखा पीड़ छुटै, नानका ज्यों तेल। पौड़ी आपे ही करना कियो, कल आपे ही तारिय। दिख कीता अपना, तर कच्ची पक्की सारिय। जो आया सो चलसी, सब कोई आई वारिय। जिसके जी प्राण है, क्यों साहिब मनो विसारिय। आपन हथी आपना, आपे ही काज सवारिय। अपन हथी आपना, आपे ही काज सवारिय। वाहिगुरु जी का खालसा, वाहिगुरु जी की फतेह। आसा की वार दी 20वीं पौड़ी ਅਤੇ ਉਸ ਦੇ ਨਾਲ ਦਰਜ 2 ਸ਼ਲੋਕਾਂ ਦਾ ਪਾਠ ਜੋ ਆਪ ਜੀ ਨੇ ਸਰਵਣ ਕੀਤਾ ਹੈ, ਇਸ ਦੀ ਵਿਚਾਰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਬਲਜੀਤ ਸਿੰਘ ਜੀ, ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ ਰੋਪੜ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਬਹੁਤ ਧੰਨਵਾਦ ਕਿ ਅੱਜ ਦੇ ਹਾਲਾਤਾਂ ਦੇ ਬਾਵਜੂਦ ਉਹ ਉਚੇਚਾ ਸਮਾਂ ਕੱਢ ਕੇ ਰੋਪੜ ਤੋਂ, ਪੰਜਾਬ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਦਿੱਲੀ ਆਏ ਨੇ। ਕਰੋਨੇ ਦੀ ਇਸ ਮਹਾਮਾਰੀ ਦੇ ਵਿੱਚ ਜੋ ਪਰਿਵਾਰ ਸੇਵਾ ਕਰ ਰਹੇ ਹਨ, ਲੰਗਰਾਂ ਦੀ ਮਾਇਆ ਦੇ ਰੂਪ ਵਿੱਚ, ਰਸਦ ਦੇ ਰੂਪ ਵਿੱਚ, ਸਾਰਿਆਂ ਦੇ ਵਾਸਤੇ ਅਰਦਾਸ ਹੈ ਸੱਚੇ ਪਾਤਸ਼ਾਹ ਤੁਹਾਡੀਆਂ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣ, ਪਰਿਵਾਰਾਂ ਵਿੱਚ ਚੜ੍ਹਦੀ ਕਲਾ ਹੋਵੇ। ਸਤਿਗੁਰੂ ਪਰਿਵਾਰ ਸੰਸਾਰ ਦੀ ਰੱਖਿਆ ਆਪ ਕਰਨ। ਬਾਲਾ ਪ੍ਰੀਤਮ ਦਵਾਖਾਨਾ 2-4 ਦਿਨਾਂ ਦੇ ਵਿੱਚ ਹੀ ਗੁਰਦੁਆਰਾ ਬੰਗਲਾ ਸਾਹਿਬ, ਜਿਵੇਂ ਹੀ ਪਰਮਿਸ਼ਨ ਆਉਂਦੀ ਸਰਕਾਰ ਦੀ, ਇਹ ਬਿਲਕੁਲ ਲਾਗਤ ਮਾਤਰ ਕੀਮਤ ਦੇ ਉੱਪਰ ਦਵਾਈਆਂ ਦੇਣ ਵਾਸਤੇ ਖੁੱਲ੍ਹ ਜਾਏਗਾ, ਜਿਹਦਾ ਆਮ ਵਿਅਕਤੀ ਨੂੰ ਬਹੁਤ ਲਾਭ ਹੋਵੇਗਾ। ਅੰਮ੍ਰਿਤ ਸੰਚਾਰ ਐਤਵਾਰ ਹੋਣਾ ਹੈ, ਭਾਵੇਂ ਉੱਥੇ ਗੁਰਦੁਆਰਾ ਬੰਗਲਾ ਸਾਹਿਬ ਹੌਸਪੀਟਲ ਦੇ ਡਾਕਟਰਾਂ ਦੀ ਟੀਮ ਹਾਜ਼ਰ ਹੋਵੇਗੀ, ਪਰ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਜੀ ਕਰੋਨੇ ਦਾ ਟੈਸਟ ਕਰਵਾ ਕੇ ਜੋ ਨੈਗੇਟਿਵ ਰਿਪੋਰਟ ਹੈ ਉਹਦੀ ਕਾਪੀ ਨਾਲ ਲੈ ਕੇ ਆਉਣਾ, ਇਹ ਬਹੁਤ ਜ਼ਰੂਰੀ ਹੈ। ਸਾਡੇ ਕੋਲ ਤਕਰੀਬਨ 40 ਨਾਂ ਆ ਚੁੱਕੇ ਹਨ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਪਹਿਲਾਂ ਆਓ, ਪਹਿਲਾਂ ਪਾਓ। ਜਿਹੜਾ ਅੰਮ੍ਰਿਤ ਅਬਲਾਖੀ ਪਹਿਲਾਂ ਆ ਜਾਏਗਾ, ਉਹਦੇ ਟੈਸਟ ਠੀਕ ਹੋਣਗੇ, ਉਹ ਪਹਿਲੇ 50 ਪ੍ਰਾਣੀ ਅੰਮ੍ਰਿਤ ਛਕਣਗੇ। ਜਿਹੜੇ ਬਚ ਜਾਣਗੇ
ਉਹਨਾਂ ਦੇ ਵਾਸਤੇ ਸੋਮਵਾਰ ਵੀ ਹੋ ਸਕਦਾ ਹੈ, ਫਿਰ ਅਗਲੇ ਐਤਵਾਰ ਵੀ ਅੰਮ੍ਰਿਤ ਸੰਚਾਰ ਹੋ ਸਕਦਾ ਹੈ। ਸੋ ਮੇਰੀ ਬੇਨਤੀ ਧਿਆਨ ਨਾਲ ਸੁਣ ਲੈਣਾ। ਐਤਵਾਰ ਅੰਮ੍ਰਿਤ ਸੰਚਾਰ ਹੈ। ਕਰੋਨੇ ਦਾ ਟੈਸਟ ਕਰਵਾ ਕੇ ਨੈਗੇਟਿਵ ਰਿਪੋਰਟ ਲੈ ਕੇ ਆਉਣਾ। ਜਿਹੜਾ ਪਹਿਲਾਂ ਆਏਗਾ ਉਹ ਪਹਿਲੇ 50 ਪ੍ਰਾਣੀਆਂ ਦੇ ਵਿੱਚ ਸ਼ਾਮਲ ਹੋ ਜਾਏਗਾ। ਇਸ ਦੇ ਨਾਲ ਹੀ ਬੇਨਤੀ ਹੈ ਕਿ ਅੱਜ ਸਰਕਾਰ ਵੀ ਕਹਿੰਦੀ ਹੈ, ਆਪਾਂ ਵੀ ਕਹਿੰਦੇ ਹਾਂ, ਗੁਰਦੁਆਰਾ ਬੰਗਲਾ ਸਾਹਿਬ ਇੱਥੇ ਹਜ਼ਾਰਾਂ ਹੀ ਲੋਕ ਬਾਹਰ ਪੱਕੇ ਤੌਰ ਤੇ ਸੜਕਾਂ ਦੇ ਉੱਪਰ ਬੈਠੇ ਹੋਏ ਸਨ। ਜਦੋਂ ਲੋਕਡਾਊਨ ਹੋਇਆ, ਪੁਲਿਸ ਉਹਨਾਂ ਨੂੰ ਬੱਸਾਂ ਤੇ ਚੁੱਕ ਕੇ ਲੈ ਗਈ। ਉਸ ਤੋਂ ਬਾਅਦ ਅਸੀਂ ਉੱਥੇ ਗ੍ਰੀਨਰੀ ਕੀਤੀ, ਸਜਾਵਟ ਕੀਤੀ। ਸੋ ਮੇਰੀ ਹਰ ਸਿੱਖ ਨੂੰ ਬੇਨਤੀ ਹੈ ਕਿ ਜੇ ਤੁਸੀਂ ਲੰਗਰਾਂ ਦੀ ਸੇਵਾ ਕਰਨੀ ਹੈ ਤੇ ਭਾਈ ਜਿੱਥੇ ਜਿੱਥੇ ਰਹਿਣ ਬਸੇਰੇ ਨੇ ਜਾਂ ਝੁੱਗੀਆਂ ਨੇ ਜਾਂ ਜਿੱਥੇ ਜਿੱਥੇ ਗਰੀਬ ਲੋਕ ਬੈਠੇ ਨੇ, ਆਪ ਜੀ ਉੱਥੇ ਛਕਾ ਕੇ ਆਓ, ਨਾ ਕਿ ਉਹਨਾਂ ਨੂੰ ਗੁਰਦੁਆਰੇ ਦੇ ਬਾਹਰ ਦੁਬਾਰਾ ਇਕੱਠਾ ਕੀਤਾ ਜਾਵੇ। ਉਹ ਫਿਰ ਗੁਰਦੁਆਰੇ ਦੇ ਬਾਹਰ ਝੌਂਪੜੀਆਂ ਬਣਾ ਕੇ ਬਹਿ ਜਾਣਗੇ ਔਰ ਉਹਦੇ ਨਾਲ ਜਿੱਥੇ ਗੁਰਦੁਆਰੇ ਦੀ ਖੂਬਸੂਰਤੀ ਖਰਾਬ ਹੋਵੇਗੀ, ਰਸਤੇ ਖਰਾਬ ਹੋਣਗੇ, ਉੱਥੇ ਬਿਮਾਰੀ ਫੈਲਣ ਦਾ ਬਹੁਤ ਵੱਡਾ ਕਾਰਨ ਬਣ ਜਾਏਗਾ। ਇਸ ਕਰਕੇ ਮੇਰੀ ਬੇਨਤੀ ਹੈ ਕਿ ਕੁਝ ਉਹਨਾਂ ਲੋਕਾਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਪ੍ਰੋਫੈਸ਼ਨਲ ਨੇ, ਜਿਨ੍ਹਾਂ ਨੇ ਉਗਰਾਹੀਆਂ ਕਰਨੀਆਂ ਹੁੰਦੀਆਂ ਨੇ। ਆਪਾਂ ਗੁਰਦੁਆਰੇ ਵਾਲੇ ਪਾਸੇ ਮੁੱਖ ਕਰੀਏ, ਸੱਚੇ ਪਾਤਸ਼ਾਹ ਦੇ ਦਰਬਾਰ ਦੀਆਂ ਖੁਸ਼ੀਆਂ ਲਈਏ। ਕੋਈ ਐਸੀ ਗੱਲ ਨਾ ਕਰੀਏ ਕਿ ਬੰਗਲਾ ਸਾਹਿਬ ਦੇ ਬਾਹਰ ਫਿਰ 1000-1500 ਬੰਦਾ ਪੱਕੇ ਤੌਰ ਤੇ ਤਪੜੀ ਵਿਛਾ ਕੇ ਬਹਿ ਜਾਏ, ਬੋਰੀਆਂ ਵਿਛਾ ਕੇ ਲੰਮਾ ਪੈ ਜਾਏ। ਅੱਗੇ ਬਹੁਤ ਮੁਸ਼ਕਲ ਇਹ ਕਰੋਨੇ ਦੇ ਸਮੇਂ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਇੱਥੋਂ ਹਟਾਇਆ। ਜਿੱਥੇ ਜਿੱਥੇ ਗਰੀਬ ਬੈਠੇ ਨੇ, ਦਿੱਲੀ ਕਮੇਟੀ ਖੁਦ ਉਹਨਾਂ ਦੇ ਕੋਲ ਲੰਗਰ ਲੈ ਕੇ ਜਾਂਦੀ ਹੈ। ਤੁਸੀਂ ਵੀ ਉੱਥੇ ਜਾਓ। ਕੋਈ ਐਸਾ ਕੰਮ ਨਾ ਕਰੋ ਕਿ ਫਿਰ ਬੰਗਲਾ ਸਾਹਿਬ ਦੇ ਆਲੇ ਦੁਆਲੇ ਇਹ ਗਰੀਬ ਲੋਕ ਬੈਠ ਜਾਣ, ਜਿਨ੍ਹਾਂ ਨੂੰ ਫਿਰ ਉਠਾਉਣਾ ਵੀ ਔਖਾ ਹੋਵੇ। ਇਹਦੇ ਨਾਲ ਰਸਤੇ ਵੀ ਬਲੌਕ ਹੁੰਦੇ ਨੇ ਔਰ ਸਫਾਈ ਨਾ ਹੋਣ ਕਰਕੇ ਬਿਮਾਰੀ ਦੇ ਵਧਣ ਦੇ ਬਹੁਤ ਵੱਡੇ ਕਾਰਨ ਬਣਦੇ ਨੇ। ਆਸ ਹੈ ਕਿ ਆਪ ਜੀ ਬੇਨਤੀ ਪ੍ਰਵਾਨ ਕਰੋਗੇ। ਅਗਲੇ ਸਮੇਂ ਵਾਸਤੇ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ। ਸਿਮਰੋਂ ਸਿਮਰ ਸਿਮਰ ਸੁਖ ਪਾਵੋਂ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨੀ ਡੂਬੈ ਤਸ ਕਰਨੀ ਲੇਵੈ। ਭਾ ਨ ਸਾਕੈ ਜਾਲੇ, ਨਿਰਦਨ ਕੋ ਧਨ ਅੰਧਲੇ ਕੋ ਟੇਕ। ਮਾਤ ਦੂਧ ਜੈਸੇ ਬਾਲੇ, ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ। ਕਰੀ ਕਿਰਪਾ ਕਿਰਪਾਲੇ, ਕਵਨ ਬੜਾਈ ਕਹਿ ਸਕੂੰ ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ। ਕਵਨ ਬੜਾਈ ਕਹਿ ਸਕੂੰ ਬੇਅੰਤ ਗੁਨੀਤਾ। ਕਰ ਕਿਰਪਾ ਮੋਹਿ ਨਾਮ ਦੇ ਨਾਨਕ ਦਰ ਸਰੀਤਾ। ਜੁਗੋ ਜੁਗ ਅਟਲ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ 'ਚ ਇਸ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਹੋ। ਗੁਰਮਤ ਨਿਯਮਾਂ ਦੇ ਅਨੁਸਾਰ ਅੰਮ੍ਰਿਤ ਵੇਲੇ ਤੋਂ ਆਪ ਜੀ ਨੇ ਸੰਗਤੀ ਰੂਪ ਵਿੱਚ ਗੁਰੂ ਪਿਆਰਿਆਂ ਪਾਸੋਂ, ਹਜ਼ੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਦਾ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਚੱਲ ਰਹੀ ਲੜੀਵਾਰ ਆਸਾ ਕੀ ਵਾਰ ਉਹਦੀ ਵਿਚਾਰ ਤੇ ਵਿਆਖਿਆ ਦੇ ਅਧੀਨ ਆਪ ਜੀ ਨੇ 20 ਨੰਬਰ ਪੌੜੀ ਤੇ ਉਹਦੇ ਨਾਲ ਦਰਜ ਦੋ ਸ਼ਲੋਕ, ਜੋ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ ਤੇ ਪੌੜੀਆਂ ਸਾਰੀਆਂ ਹੀ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ।
इन्हां दा मूल पाठ मेरे अजीज इस गुरु घर के हैड ग्रंथी सिंह साहब भाई रणजीत सिंह जी उन्हां पासों आप जी ने बड़े अदब सत्कार नाल सरवण किया है। आओ जिथे सतगुरु जी ने सानू किरपा करके दर्शन दीदारे दे के निहाल किया है, बैठण की यह दात बख्शिश की गुरु संगत विच हाजिर होने की, बाणी नूं सरवण करन दी, उथे शब्द विचार नाल जुड़न लई मन बिरतियां नूं एकाग्र करदे हां। जिन्नी संगत इस पावन अस्थान ते हाजिर है, जो अपने घरां विच देशां विदेशां विच बैठ करके चढ़दी कला टीवी चैनल राही आनंद मान रहे हो, सारिਆਂ ਨੂੰ फतेह अर्ज करदा हाँ ते फतेह प्रवान करो। आखो वाहिगुरु जी का खालसा वाहिगुरु जी की फतेह। 12 जो सन ये केवल पुरातन समय तो चलियां आ रही हैं और इन्हां दा मकसद हुंदा सी कि लोकां दे अंदर, मनुखता दे अंदर, जवानां दे अंदर वीर रस नूं उत्साहित करना, ताकि वो मैदाने जंग दे विच जाके सूरमे बन के जूझ सकन। लेकिन गुरु नानक पातशाह जी दुनिया की यह पहली शख्सियत है, पहले रहबर ने जिन्हां ने इस बार शंत नूं आत्मक उसारी वास्ते वरतों विच लिआंदा, ताकि जिथे सूरमे पैदा होण उत्थे उन्हां नूं आत्मक जीवन जाको हर रंग लागो इस जुग में सो कईयत है सूरा, आत्म जिणे सगल वसता के जाका सतगुर पूरा, ठाकुर गाइए आत्म रंग शरणी पावन नाम ध्यावन सहज समावन संग। बहुत सारिया थावां ते सतगुरु जी ने अपने आप नूं शायर ते अपने आप नूं ढाडी कह के संबोधन किया है, दर्ज किया है। और इसे बार दे अंदर सतगुरु जी ने बड़ी निम्रता दे नाल एक ढाडी का जीवन किहो जिहा होना चाहिए, जस करन वाले दा, प्रभु की सेवा करन वाले दा, सिमरन करन वाले दा। हों ढाडी का नीच जात होर उत्तम जात सदाएंगे, तिन मंगा जे तुझे ध्याएंगे। हे अकाल पुरख जी, मैं सब तो नीवा हाँ और मेरे तो सारे उत्तम ने बाकी दुनियादार जो भी है। मैं एक अरदास करदा हाँ कि जिहड़े तेरा सिमरन करते ने मैं उन्हां दी धूड़ी प्राप्त कर सक। और इस बार दे अंदर सतगुरु पातशाह जी ने बड़ी क्रांतिकारी बचन किए ने। उस वेले समाज दे विच चल रहे भेख, चल रहा पखंड और मनुखी जीवन जाच देण वास्ते सतगुरु जी ने यह किरपा की। इंज आखिए कि यह वार जिहड़ी है जपजी साहब जी की उस पंक्ति हुक्म रजाई चलना नानक लिखिया नाल, किव सचियारा होइया किव कूड़ा टुटै पाल, हुक्म रजाई चलना नानक लिखिया नाल। उहदी व्याख्या है कि हुक्म विच रह के की करना ते की नहीं करना ते किवें दा जीवन जीवना, किहड़ी जीवन जाच सानू प्रभु की दरगाह विच प्रभु के दर दे उत्ते प्रवान कर सकती है, करवा सकती है। ये जीवन जाच सतगुरु पातशाह जी ने बख्शिश की है। अज की जो पौड़ी साहब जी ने बख्शी है, सियाने कहते ने जिमें शब्दों के विच असीं रहाओ की पंक्ति नूं केंद्री बन के विचार आरंभ करते हैं, विचार करते हैं, इवें 12 के अंदर जो पौड़ी की आखिरी पंक्ति है उसनूं रहाओ की पंक्ति वांगू केंद्री मन के जो उतों गल शुरू करिए तो फिर बाकी विचार अपने आप जुड़ती जाती है, नाल अपने आप समझ लगती जाती है। सतगुरु पातशाह जी ने 20 नंबर पौड़ी की आखिरी पंक्ति के अंदर किरपा की है कि आपन हथी अपना आपे ही काज सवारी। क्योंकि जीवन के विच आत्मक निर्भरता जिहड़ी है वो केवल उस मनुख नूं प्राप्त हो सकती जिहड़ा हथी किरत करता है, अपने कामां नूं आप करता, दूजियां दे उत्ते डिपेंड नहीं हुंदा, दूजियां उत्ते निर्भर नहीं करता। हिंदुस्तान की भारत वर्ष की यह त्रासदी सी कि इत्थे जन्म लैण तो पहला वरण वंड ने
ਕਿਰਤ ਵੀ ਨਿਯਤ ਕਰ ਦਿੱਤੀ, ਧਰਮ ਵੀ ਨਿਯਤ ਕਰ ਦਿੱਤਾ, ਸਭ ਕੁਝ ਨਿਯਤ ਕਰਤਾ ਕਿ ਫਲਾਣੇ ਘਰ ਵਿੱਚ ਜਿਹੜਾ ਬੰਦਾ ਪੈਦਾ ਹੋਏਗਾ ਉਹ ਪੂਜਾ ਪਾਠ ਕਰੇਗਾ, ਦੂਜੇ ਧਰਮ ਵਿੱਚ ਜੋ ਪੈਦਾ ਹੋਏਗਾ, ਘਰ ਵਿੱਚ ਪੈਦਾ ਹੋਏਗਾ ਉਹ ਕਿਰਤ ਕਰੇਗਾ, ਤੀਸਰਾ ਤਲਵਾਰ ਚੁੱਕੇਗਾ, ਚੌਥਾ ਸਾਰਿਆਂ ਦੀ ਸੇਵਾ ਕਰੇਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਬਹੁਤ ਡੀਪ ਜਾ ਕੇ ਬੜੀ ਗਹਿਰਾਈ ਨਾਲ ਇਸ ਗੱਲ ਨੂੰ ਸੋਚਿਆ, ਵਿਚਾਰਿਆ ਕਿ ਭਾਰਤ ਵਰਸ਼ ਦੀ ਗੁਲਾਮੀ ਦਾ ਇਹ ਬਹੁਤ ਵੱਡਾ ਕਾਰਨ ਹੈ। ਇਸ ਕਾਰਨ ਨੂੰ ਪਰੇ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾਲਤਾ ਕੀਤੀ ਕਿ ਚਾਰੇ ਪੈਰ ਧਰਮ ਦੇ ਚਾਰ ਵਰਣ ਇੱਕ ਵਰਣ ਕਰਾਇਆ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਤਾਂ ਸਭ ਲੁਕਾਈ ਵਾਸਤੇ ਇੱਕੋ ਧਰਮ ਨਿਯਤ ਕੀਤਾ, ਹੁਕਮ ਮੰਨਣ ਦਾ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਿਓ, ਨਾਨਕ ਤਾਕਾ ਦਾਸ ਹੈ ਸੋਈ ਨਰੰਜਨ ਦਿਓ। ਕਿ ਸਾਰਿਆਂ ਵਾਸਤੇ ਇੱਕ ਧਰਮ, ਸੱਚ ਸਭਨਾ ਹੋਏ, ਦਾਰੂ ਪਾਪ ਕੱਢੈ ਧੋਏ। ਨਾਨਕ ਬਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ। ਕਿ ਸੱਚ ਰੂਪ ਜੀਵਨ ਹੀ ਸਭ ਤੋਂ ਵਧੀਆ ਧਰਮ, ਪੂਰੀ ਮਾਨਵਤਾ ਦਾ ਧਰਮ ਹੈ, ਸਰਵ ਵਿਆਪੀ ਧਰਮ ਹੈ। ਔਰ ਇਸੇ ਧਰਮ ਦੀ ਗੁਰੂ ਅਰਜਨ ਸਾਹਿਬ ਜੀ ਨੇ ਵਿਆਖਿਆ ਕੀਤੀ ਹੈ, ਸਰਵ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਵੀ ਇੱਕੋ ਮਨੁੱਖ ਦੇ ਅੰਦਰ ਇਹ ਚਾਰੇ ਵਰਣ ਚਾਹੀਦੇ। ਇੱਕ ਮਨੁੱਖ ਜਿਹੜਾ ਹੈ ਜੇ ਉਹਨੇ ਆਤਮਕ ਉਸਾਰੀ ਕਰਨੀ ਹੈ ਤੇ ਆਤਮਕ ਉਸਾਰੀ ਉਹਨਾਂ ਨੂੰ ਪ੍ਰਾਪਤ ਹੋਈ ਹੈ, ਆਤਮਕ ਜੀਵਨ ਦ੍ਰਿੜਤਾ ਉਹਨਾਂ ਦੇ ਅੰਦਰ ਪੈਦਾ ਹੋਈ ਜਿਨ੍ਹਾਂ ਲੋਕਾਂ ਨੇ ਪ੍ਰਭੂ ਦਾ ਸਿਮਰਨ ਕੀਤਾ, ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾਇਆ। ਇਹ ਸਿਮਰਨ ਦੀ ਬਰਕਤ ਤੋਂ ਬਿਨਾਂ ਇਹ ਗੱਲ ਵੇਖੀ ਨਹੀਂ ਜਾ ਸਕਦੀ। ਇਸੇ ਕਰਕੇ ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਜਪਜੀ ਸਾਹਿਬ ਜੀ ਦੇ ਅੰਦਰ ਹੀ ਅਰਦਾਸ ਕੀਤੀ ਹੈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਬਿਸਰ ਨਾ ਜਾਏ। हे ਗੁਰੂ, ਮੈਨੂੰ ਕਿਰਪਾ ਕਰਕੇ ਇੱਕ ਸੋਝੀ ਬੁਝਾ ਦਿਓ, ਇੱਕ ਸਮਝ ਦੇ ਦਿਓ ਕਿ ਜੋ ਸਾਰਿਆਂ ਜੀਵਾਂ ਦਾ ਦਾਤਾ ਹੈ ਉਹ ਮੈਨੂੰ ਕਦੇ ਵੀ ਭੁੱਲੇ ਨਾ। ਔਰ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾਲਤਾ ਕੀਤੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ, ਪਹਿਲਾਂ ਨਿਤਨੇਮ ਦੀਆਂ ਬਾਣੀਆਂ ਦਰਜ ਕੀਤੀਆਂ ਗਈਆਂ, ਫਿਰ ਰਾਗਾਂ ਦੀ ਆਰੰਭਤਾ ਹੋਈ। ਰਾਗਾਂ ਦੀ ਆਰੰਭਤਾ ਸਮੇਂ ਸ੍ਰੀ ਰਾਗ ਦਾ ਪਹਿਲਾ ਸ਼ਬਦ ਸਤਿਗੁਰੂ ਜੀ ਨੇ ਦਰਜ ਕੀਤਾ। ਜਿਹੜੀਆਂ ਜਿਹੜੀਆਂ ਔਕੜਾਂ ਮਨੁੱਖ ਨੂੰ ਧਰਮ ਵਿੱਚ, ਸਮਾਜ ਵਿੱਚ ਵਾਪਰਦੀਆਂ ਸਨ, ਮਾਇਆ ਕਰਕੇ ਉਹਨਾਂ ਸਾਰੀਆਂ ਔਕੜਾਂ ਦਾ ਵਰਣਨ ਕੀਤਾ। ਚੰਗਾ ਘਰ ਪ੍ਰਾਪਤ ਹੋ ਜਾਣਾ, ਚੰਗੀ ਪ੍ਰਾਪਰਟੀ ਪ੍ਰਾਪਤ ਹੋ ਜਾਣੀ, ਜਾਇਦਾਦ ਪ੍ਰਾਪਤ ਹੋ ਜਾਣੀ, ਸੁੰਦਰਤਾ ਪ੍ਰਾਪਤ ਹੋ ਜਾਣੀ, ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਣੀ, ਰਾਜਨੀਤਿਕ ਤਾਕਤ ਪ੍ਰਾਪਤ ਹੋ ਜਾਣੀ। ਲੇਕਿਨ ਸਤਿਗੁਰੂ ਪਾਤਸ਼ਾਹ ਜੀ ਨੇ ਨਿਬੇੜਾ ਕੀਤਾ, ਕਹਿਣ ਲੱਗੇ, ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਹੇ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾਂ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਹਰ ਵਿਨ ਜੀਓ ਜਲ ਵੱਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਾਹੀ ਥਾਓ। ਕਿ ਪ੍ਰਭੂ ਦੀ ਯਾਦ ਤੋਂ ਬਿਨਾ ਸਾਡੀ ਆਤਮਕ ਉਸਾਰੀ ਜਿਹੜੀ ਹੈ ਉਹ ਮੁਕੰਮਲ ਨਹੀਂ ਹੋ ਸਕਦੀ। ਔਰ ਹਰ ਮਨੁੱਖ ਮਾਤਰ ਨੇ ਜੇ ਜੀਵਨ ਨੂੰ ਉੱਚਾ ਚੁੱਕਣਾ, ਜੀਵਨ ਦੇ ਅੰਦਰ ਦ੍ਰਿੜਤਾ ਪੈਦਾ ਕਰਨੀ, ਜੀਵਨ ਵਿੱਚ ਸੱਚ ਨੂੰ ਪ੍ਰਾਪਤ ਕਰਨਾ, ਤੇ ਉਹਨੂੰ ਪ੍ਰਭੂ ਦਾ ਸਿਮਰਨ, ਉਹਦੀ ਬਰਕਤ ਆਪਣੇ ਅੰਦਰ ਵਸਾਣੀ ਪਵੇਗੀ। ਜਿਨ੍ਹਾਂ 15 ਭਗਤਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਦਰਜ ਕੀਤੀ ਹੈ, ਉਹਨਾਂ ਬਾਰੇ ਆਪ ਹੀ ਹਵਾਲੇ ਦਰਜ ਕੀਤੇ ਨੇ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਉਸ ਤੋਂ ਬਾਅਦ ਸਮਾਜਿਕ ਜੀਵਨ ਦੇ ਵਿੱਚ ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਇਹ ਨਹੀਂ ਵੀ ਕੇਵਲ ਇੱਕ ਮਨੁੱਖ ਜਿਹੜਾ ਹੈ ਉਹ ਪੂਜਾ ਪਾਠ ਕਰੇ ਤੇ ਦੂਸਰਾ ਕੇਵਲ ਤਲਵਾਰ ਚੁੱਕੇ, ਨਹੀਂ, ਪੂਰੀ ਮਾਨਵਤਾ ਨੂੰ ਸਤਿਗੁਰੂ ਜੀ ਨੇ ਸਮਝਾਇਆ ਵੀ ਜੇਕਰ ਤੁਸੀਂ ਬੇਪਤ ਹੋ ਕੇ ਜ਼ਿੰਦਗੀ ਜਿਉਂਦੇ ਹੋ, ਕੋਈ ਵੀ ਮਨੁੱਖ ਵੀ ਹੋਵੇ ਸੰਸਾਰ ਦਾ, ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਤੇ ਇੱਕੋ ਸਲੋਗਨ ਸਮਝਾ ਦਿੱਤਾ ਉਹਨੂੰ ਸਾਰੇ ਸੰਸਾਰ ਨੂੰ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਜੇਕਰ ਤੁਸੀਂ ਇੱਜ਼ਤ ਦੀ ਜ਼ਿੰਦਗੀ ਜਿਉਣੀ ਚਾਹੁੰਦੇ ਹੋ ਤੇ ਇੱਜ਼ਤ ਦੀ ਜ਼ਿੰਦਗੀ ਜਿਉਣ ਵਾਸਤੇ ਤੁਹਾਨੂੰ ਸ਼ਾਸਤਰ ਚਾਹੀਦਾ।
जिथे शास्त्र का ज्ञान तुहाडे कोल होवे उत्थे शास्त्र की शक्ति तुहाडे कोल होवे समा पैण दे उत्ते। ये भी सिख दे जीवन विच पैदा कीती। फिर सतगुरु पातशाह जी ने पूरी मानवता नूं एक संदेश दिता कि जेकर असीं सुखावां जीवन जीवना चाहुंदे हां, आर्थिक लोड़ां की पूर्ति करनी चाहुंदे हां, अपने परिवारक जिंदगी के अंदर अगे बढ़ना चाहुंदे हां, अपने पैरों ते खड़ना चाहुंदे हां, तो फिर ध्यान देना पएगा सानू अपनी जिंदगी दे विच गुरमत सिद्धांत के सामने। घाल खाए के छत्थों दे नानकरा पछाणे से, कि अपनी जिंदगी विच हर मनुख मात्र नूं जिथे पूजा पाठ की जरूरत है, सिमरन की जरूरत है, जिथे शरीरक शक्ति की जरूरत है, उत्थे नाल ही अपनी किरत करन की आदत जिहड़ी है, अपने हथीं काम करन की आदत वो मनुख मात्र नूं पवे। और संसार पद्धर के उत्ते विश्व पद्धर के उत्ते वेखीए जेकर जिन्हां लोकां ने तरक्की की अज संसार के अंदर, अमेरिका की गल कर लीए, कनेडा की गल कर लीए, होर देशों की गल कर लीए, उन्हां लोकां दे अंदर बचपन तो अपनी किरत करन दा, अपने काम नूं आप करन दी आदत पाउण दा सुभाव है, जिहड़ा कि साडे विचों बहुत खत्म हुंदा जा रहा। ते सतगुरु पातशाह जी ने फिर किरपा की भी जीवन दे विच एक वर्ग क्यों सेवा करे। देखो ना, जे किते गंदगी पई होवे, 10 दिन गंदगी पई रहे तो उहदे नाल बीमारी फैल जाए, तो बीमारी फैलण दे नाल आपां वेखदे हां कि हुण जदों महामारी चल रही है, महामारी दे अंदर किसी की जात नहीं वेखी, किसी का धर्म नहीं वेखिया, इस्त्री पुरुष की गल नहीं वेखी, बच्चे ते बुढ़े की गल नहीं वेखी, उसने तो सब नूं ग्रसना है। तो सतगुरु कहंदे तुसीं क्यों उडीकोगे कि फलाना बंदा आएगा तो इसकी सफाई करेगा। क्यों ना हर मनुख मात्र के अंदर एक स्लोगन दे दिता जाए, बिच दुनिया सेव कमाईए तां दरगाह बैसन पाईए, कि अपनी जिंदगी विच जे तुसीं साफ सुथरा जीवन, पवित्र जीवन प्राप्त करना चाहुंदे हो, तो फिर अपना आला दुआला तुहाडा एनवायरमेंट जिहड़ी है, तुहाडा वातावरण जिहड़ा है, उहनूं शुद्धता दे विच रखना, पवित्रता दे विच रखना, निर्मलता दे विच रखना तुहाडा फर्ज है। क्योंकि उत्थों तुहानूं साह लैण की क्रिया प्राप्त होनी, जीवन प्राप्त होना है। जे नहीं करोगे तो जीवन वास्ते बहुत बड़ा खतरा है। इस करके सतगुरु पातशाह जी ने एक कृपालता की कि सिमरन तो लैके हर थां दे उत्ते मनुख जिहड़ा है कि अपनी जिंदगी विच एक गल नूं पल्ले बन लवे भी आपन हथीं अपना आपे ही काज सवारे, दूजियां दे उत्ते निर्भर ना करे। धर्म तो लैके धर्म की दुनिया तो, पूजा पाठ तो, सिमरन तो, क्योंकि साडा सुभाव बन चुका भी सिमरन साडी जगह दूजा करे, पाठ दूजा करे, साडे राखी वास्ते कोई होर आवे, साडे आर्थिक पद्धर नूं उच्चा चुकण वास्ते कोई होर प्रबंध करे, असीं विहले बैठ के छकदे रहीए। ये ऐसी जीवन जाच नहीं, बल्कि गुरु नानक पातशाह जी ने जीवन के हर पक्ष के अंदर सतगुरु ने यह स्लोगन बख्शिश किया है, ये जीवन जाच बख्शिश की है कि अपन हथीं अपना आपे ही काज सवारी, कि अपने जीवन विच हर कारज नूं सवारन वास्ते मनुख ने अपनी जिंदगी नूं जीवना है। ते उद्यम करेंदियां जीओ तू कमांदियां सुख पहुंच, ध्यानदियां तू प्रभु मिल, नानक उतरी चिंत। और यही कारण है कि गुरु नानक पातशाह जी ने तलवंडी दे विच, सुल्तानपुर दे विच, फिर उस तो बाद वापस आके उदासियां करन तो बाद साहब जी ने एक कृपा की, कृपालता की, बख्शिश की कि हथीं किरत की लोगों के सामने। और जदों गुरु अंगद पातशाह जी 1532 के अंदर गुरु नानक पातशाह जी की शरण में आउंदे ने, ते 1532 तो लैके 1539 तक जो जीवन सिक्ख्या प्राप्त की गुरु अंगद पातशाह जी ने, जिस जीवन जाच के नाल जोत ओहा जुगत साइश है काया फिर पलटी है, उन्होंने वो जिंदगी प्राप्त हो गई कि वो दूसरे स्थान के उत्ते गुरु अंगद के रूप दे विच गुरु नानक साहब जी का रूप बन गए हो।
बाबा मड़ी ना गोर गुर अंगद के हीए मैं पुन सत संगत बस वो मैं करूँ। गुरु नानक ने ऐलान कर दिता कि अज जदों तुसीं गुरु नानक के दर्शन करने होण मड़ियां मसाणा विचों ना लभ्यो। मेरे दर्शन गुरु के दर्शन गुरु की संगत विचों ते गुरु अंगद विचों होणगे। ऐसी जीवन जाच प्राप्त करने वास्ते घालना वो काम करवाए जिहड़े काम केवल कमीन लोग करते सन, शूदर लोग करते सन। पहले दिन ही पहुंचे तो धान दे विचों कढ़िया होया नदीन सिर दे उत्ते रख दिता गुरु साहब जी ने, ताकि एक दुकानदार बंदा मेरे को पहुंचे ये जीवन दे विच एक धारणा पैदा होवे, एक सिक्ख्या पैदा होवे, एक टॉलरेशन पैदा होवे। नीचा अंदर नीच जात नीची हूँ अत नीच, नानक तिन कै संग साथ वड्डियां स्यों क्या रीस। जिथे नीच संभालियन तिथे नदर तेरी बख्शीश। बाकी भी असी साखियां जानते हाँ। और फिर सतगुरु पातशाह कहंदे कि आपन हथी अपना आप ही कार सवारी है। किहड़ा किहड़ा कारज सवारना उस मालक ने साडे ते बख्शिश की, साडे ते कृपा की है कि सानू ये शरीर बख्शिया है। तो शरीर बख्शण दे नाल उहने सानू नेत्रां दी दात दित्ती, कन्नां दी दात दित्ती, हत्थां पैरां दी दात दित्ती, जबान दी दात दित्ती। हुण कन्नां नूं सवारना होवे ते अपने कन्नां नूं आप ही सवारिया जा सकदा ना। जदों असीं गुरु दा उपदेश हर मनुख मात्र अपनी जिंदगी विच ग्रहण करेगा। ए शरीरा मेरेया हर तो मैं जोत रखी ता तू जग में आया, हर जोत रखी तुद विच ता तू जग में आया। ए शरीरा मेरेया इस जग में आए के क्या तुद कर्म कमाया, के कर्म कमाया तुद शरीरा जा तू जग में आया। मेरे शरीर का ख्याल दूजा किवें रख सकता है। इशनान करन तो लैके वस्त्र पहनण तो लैके अपने शरीर की संभाल जिहड़ी मनुख नूं आप ही करनी पैनी है ना। यदि तंदुरुस्ती का ख्याल आप ही रखना पैना। हुणे अनाउंसमेंट किया सी भी आपां किवें बच के रहना है, लेकिन दूजा कोई नहीं बचा सकेगा। गुरु नानक की ये बात मन के तुरना पएगा कि आपन हथी अपना आप ही का सवारी है। इशनान करना होवे ते आप ही करना पएगा। ओदी जोत नूं अंदर पछाणना ते आप ही पछाणना पएगा। ए नेत्रो मेरेओ हर तुम मैं जोत धरी, हर बिन अवर ना देखो कोई, हर बिन अवर ना देखो कोई, नजरी हर ने हालिया। ए विश्व संसार तुम देख दे ए हर का रूप है, हर रूप नजरी आया। ये जीवन जाच अखां नूं आप ही प्राप्त करनी पैनी है, दूजा कोई नहीं सानू दर्शाएगा। गुरु की गल नूं समझ के अपन हथी अपना आप ही का सवारना पैना है। फिर सतगुरु कहंदे भी अपनी जिंदगी दे विच सानू बहुत वड्डी दात उस मालक ने दिती है। जबान की दात, कन्ना की दात। ये श्रवणों मेरे सच है सुनने नो पठाए, सच है सुनने नो पठाए, शरीर लाए सुनो सत बाणी। ये सुनन का काम आप ही करना पेगा। दूजा कन्ना नूं ईयरफोन ला के सुन रहा होवे ते साडे ते की असर होएगा उहदा। जे टीचर क्लास में पढ़ा रहा है तो उपदेश दे रहा है, सानू लैसन दे रहा है, तो जे बच्चा ध्यान नहीं देगा, दूजा ध्यान दे रहा, उस ध्यान देना साडा की बनेगा। इस करके हर मनुख मात्र नूं ये सतगुरु पातशाह जी का सिद्धांत अपन हथी अपना आप ही का सवारी है। सतगुरु ने कृपा की। गुरु नानक पातशाह जी का बचन आप जी नूं चेते है, जिहदे अंदर सतगुरु कहंदे जिन कन कीते अखी नाक, जिन जेबा दिती बोले तात। आ रसना दिती सानू, जिहदे नाल असीं शब्दां दी वरतों करके, अखरां दी वरतों करके एक दूजे नाल सांझ करते हैं। जबान बहुत सारे जीवां कोल है, सारे जीवां कोल है, लेकिन उन्हां कोल अखरी ज्ञान नहीं, शब्दी ज्ञान नहीं, विद्या का ज्ञान नहीं। वो बोल नहीं सकते। जिथे भी बोलण की गल होएगी, जहां बोलता अक्षर आवा, उत्थे अखर की गल होएगी। लेकिन वो परमात्मा अखरां का गुलाम नहीं है। लेकिन साढ़े सारिਆਂ वास्ते अखरी नाम, अखरी सलाह, अखरी ज्ञान, गीत गुण लगा, अखरी लिखण बोलण बाण, अखरां सिर संजोग बखान,
सानू अखरां द्वारा बोलना पेगा, जुबान द्वारा बोलना पेगा। लेकिन ये जुबान जिस मालिक ने सानू बख्शिश की है, इनू रसना कहा गया है। रसना, रसायन, रसां दा घर। ते इहदी पवित्रता कदों हो सकती है? सतगुरु अमरदास पातशाह कहते, ए रसना तू अनरस राच रही, तेरी प्यास ना जाए। प्यास ना जाए होरत किता, जिचर हर रस पल्ले ना पाए। हर रस पाए पल्ले पीए, हर रस बहुड़ ना तृष्णा लागे आए। इहदी तृप्ति, इहदी संतोख की गल, इहदी संतुष्टि की गल तां पैदा होनी जदों इहदे नाल अनरस नूं छड्ड के केवल हर रस चखिया जाए। जुबान सानू जिथे बोलण वास्ते दात बख्शिश की है, असीं बोलते हैं, गलबात सांझी करते हैं, उत्थे साडे शरीर का यह फूड इंस्पैक्टर है। जदों असीं कुछ खाण का यतन करते हैं, कई बारी बंदा खाण तो बाद, जीभ ते रखण तो बाद थू थू करदा फिरदा है, थुकदा है, क्योंकि वो वस्तु जिहड़ी इहनूं चंगी ना लगे। ये ज्ञान किहने दिता? खट्टे दा, मिठे दा, कौड़े दा। ये सानू चैकअप करके दिता है, केवल ते केवल टेस्ट दिता है उस जुबान ने, उस रसना ने। की खाना है, की लाभदायक है साडे वास्ते, एक तरह का फूड इंस्पैक्टर का काम करती है। टेस्ट करती है हर चीज़ नूं खाण तो पहला। ते सतगुरु पातशाह जी ने फिर सानू किरपालता की है कि इहदे नाल अपने जीवन नूं सवारन की गल, कि जेकर कोई मनुख बोलण वेले ध्यान ना रखे तो बड़े बड़े उपद्र खड़े होंदे। एक सियाणे ने गल की, कहंदा जीव लताड़े हाथी पैर, जीव चढ़ावे हाथी। जीव जड़ी है ना, ये हाथी ते चढ़ा के सत्कार दिंदी है। जीव चढ़ावे हाथी, जीव लताड़े हाथी पैर। ये जुबान जड़ी है तुहानू हाथी दे उत्ते चढ़ा के सन्मान भी दे सकती है, ते हाथी दे पैरां थल्ले भी लताड़ सकती है। फिर एक अदीब, एक सियाणा होर कहंदा सत्यानाश ना हिंद दा हुंदा, छिड़के महाभारत युद्ध। द्रौपदी जे सांभी रखदी मूँह विच दुधारी जीव। जे उन्हें अपनी जुबान नूं संभालिया हुंदा ते एडा बड़ा खून खराबा नहीं सी होना। लेकिन जुबान तो लिखिया होया लफ्ज़ जिहड़ा है, जिवें कमान तो निकलिया होया तीर वापस नहीं मुड़दा, इवें जुबान तो निकले होया बोल जिहड़ा है, शब्द जिहड़ा है, वो वापस नहीं मुड़दा। इस करके गुरमत ने सानू ये सिद्धांत दिता है, जो सतगुरु पातशाह समझा रहे हैं, कि किसी ने कौड़ा बोलना होवे, किसी ने फिक्का बोलना होवे, बंदा आप ही सोचदा ना। इस करके अपनी जिंदगी का कारज सवारन वास्ते, मिठा बोलण वास्ते सानू आप तत्पर होना पैना, आप सोचना पैना, गुरु की गल नूं समझना पैना है कि नानक फिक्का बोले हैं, तन मन फिक्का होए। इस श्लोक महला पहला गुरु नानक साहब जी सानू संदेश दे रहे ने कि अपनी जिंदगी दे विच, हे नानक, जिहड़े लोग फिक्का बोलण दा यतन करते हैं, फिक्का बोलण दे नाल आम तौर पर जो ये शब्द साढ़े सामने आता है, सिहारी का रूप सुने सिद्ध पीर सुरनाथ, सुने धर तबल आकाश, दर्शन परसे गुरु कै जन्म मरण दुख जाए। इनू असी बहुतात दे विच बोलिया पढ़ी जाते हैं, सुनिया पढ़ी जाते हैं, परसिया पढ़ी जाते हैं, क्योंकि जो सिहारी की जगह बिहारी पढ़ी जाएगी तो वो नाल उहदी सेंस ही चेंज हो जाएगी। परसीए का अर्थ है जे परसीए, बोलीए का अर्थ है जे बोलीए, सुनिए का अर्थ है जे सुनिए, लेकिन सुने का अर्थ है सुनन नाल, परसिया का अर्थ है परसन नाल, बोलिया का अर्थ है बोलन नाल। इस करके नानक फिक्का बोले हैं। हे नानक, फिक्का बोलन दे नाल मनुख नूं की प्राप्ति हुंदी? जीवन का कारज रास हो जाता, जीवन का कारज सवारिया जाता। कहते नहीं, जिहड़ा मालिक ने तन दिता है, मन दिता है, तन मन फिक्का होए। तन करके भी बंदा खरबा हो जाता है तो मन करके भी खरबा हो जाता है। नानक फिक्का बोले हैं, तन मन फिक्का होए। वो मनुख अपनी जिंदगी विच तन करके भी बेरस हो जाता है, प्रेम तो रस सकना हो जाता है, तो मन करके भी प्रेम तो सकना हो जाता। उहदे तन विच भी प्रेम नहीं, तो जे तन विच प्रेम नहीं, दूजियां वास्ते लंगर लैके किवें तुरेगा?
जे ਉਹਦੇ मन ਵਿੱਚ प्रेम नहीं, वो दूजियां वास्ते सेवा भाव किवें पैदा करेगा वो? क्योंकि सेवा तो उस मनुख ने करनी जिहदे अंदर ऐसा प्यार पैदा होया है कि जब ते साध संगत मोहे पाई, बिसर गई सब तात पर आई, ना को बैरी नहीं बेगाना, सगल संग हमको बने आई। जिहड़ा फिक्का बोलदा वो दूजियां वास्ते प्यार कित्थों लैके तुरेगा? इस करके उहदे तन रूप दे विच, मन रूप दे विच वो प्रेम तो सखड़ा हो जाता है। श्लोक महला पहला, नानक फिक्का बोले तन मन फिक्का होए। वो अपनी जिंदगी विच फिक्कापन लैके बेरस होके जीवन जिउंदा है। इसे करके सतगुरु कहते जित बोली है पत पाई है, सो बोलिया परवान। फिक्का बोल बिगुचना, सुन मूर्ख मन अजान। हे अनजान मनुख, अपनी जिंदगी विच फिक्का बोलण तो बाद केवल पछताना ही पैंदा, होर कुछ नहीं तैनू प्राप्त हो सकता। इस करके अपनी जिंदगी च तू इस गल का ध्यान रखना है। हों तिसदे चौखनी है, मंदा किसी ने आख बखाना है। भाई गुरदास जी कहते मैं उस तो चार टोटे होने वास्ते तैयार हाँ, अपना आप कुर्बान करने वास्ते तैयार हाँ, जिहड़ा मंदा किसी ने आख बखाना है, जिहड़ा किसी नूं मंदा नहीं आखदा। मंदा किसी ने आख झगड़ा पावना, क्योंकि जिन्ने झगड़े आरंभ होंदे है वो सारे दे सारे कित्थों होंदे? फिक्का बोलण तो आरंभ होंदे। भाई गुरदास साहब कहते जे असीं मिठा बोलते हैं तो शायद भी उसकी बराबरी नहीं कर सकता, लेकिन जिहड़ा बंदा कौड़ा बोलता है तो कौड़ा बोलण दे नाल कोई जहर होर खरीदण की जरूरत नहीं। माड़े खरबे बोलों तो बड़ी जहर कोई नहीं हो सकती। जिहड़ा बंदा मिठा बोलता है वो दूजियां नूं इंज शांत कर दिंदा जिवें उन्हें कोई शरबत पीता होवे। लेकिन जदों खरबा बोलता है तो बंदे का मन अशांत हो जाता है। फिर उस तो बाद कहते भी जीवन दे विच जदों मिठा बोलता है तृप्त संतोख शांत उन्हों प्राप्त होंदी है। लेकिन जदों कोई खरबा बोलता है, करबा बोलता है, कौड़ा बोलता है तो वही जिंदगी दे विच अशांति पैदा हो जाती। किसी बंदे कोल बैठ के शांति मिलती है। गुरु क्योंकि कभी फिक्का नहीं बोलता, इस करके ही गुरु रामदास पातशाह कहते जदों इहदे कोल बैठदे हैं तो ये को बैठद सारी सानू की प्राप्ति होंगी? जिस मिले है मन होए आनंद, सो सतगुर कही है मन की दुबदा बिन सजाए, हर परम पद लई है। तो फिर अखीर में भाई गुरदास साहब कहते कि मधुर वचन लग अगम सुगम होए। मिठे वचना विच लग के बंदा औखियां गल्लां नूं भी सौखियां कर लैंदा है, उहदा निबेड़ा कर लैंदा। कोई झगड़ा चल रहा होवे बहुत लंबे समय तो, लेकिन मिठा बोलण दे नाल जीवन दे विच अगम सुगम होए वो सौखा हो जाता है, सॉल्व हो जाता है। लेकिन करब वचन शब्द लग सुगम अगम है। तो जिहड़ा बंदा कौड़े वचन बोलता है, कई बारी काम बन रहा होंदा बंदा ऐसी गल कर दिंदा सारा काम नूं चौड़ करके रख दिंदा है, बिगाड़ के रख दिंदा है, खत्म करके रख दिंदा है। लोग कहते तू ना बोलदा तो चंगी गल नहीं सी, थोड़ी जी गल कीती। और सियाणे ने इसे करके कहा भी जदों लस्सी नूं वधाना होवे ते लड़ाई नूं वधाना होवे बहुती यतन करन दी जरूरत नहीं है। पानी पा दिओ, लस्सी वध जाणी जिन्नी मर्जी वधाई जाओ, ते गाल कढ दिओ, फिक्का बोल दिओ ते जिन्ना मर्जी कलेश खड़ा कर लो। मधुर बचन लग अगम सुगम होए, करब शब्द लग सुगम अगम है। इस करके सतगुरु कहते भी अपनी जिंदगी में ध्यान करी, एक फिक्का ना गलाए सब ना मैं सच्चा धनी, हियाओ ना कहीं ठाहे मानक सब अबोलवे अमोलवे। तू अपनी जिंदगी में किसी का हिरदा फिक्का बोल के नहीं दिखाना। नानक फिक्का बोले तन मन फिक्का होए, तेरा तन ते मन दोनों फिक्के हो जाएंगे, बेरस हो जाएंगे। हर मनुख मात्र वास्ते ये संदेश सतगुरु पातशाह बख्शिश करते। इस करके जदों बोलना होवे तो सियाणियां ने यह भी मत दी भी सानू बोलण वेले ध्यान रखने की जरूरत है। सब तो पहली गल जो मैं बेनती की मधुर बोलण की गल, मिठा बोलण की गल, क्योंकि जिस गुरु दे कोल असीं आउंदे हां इहदा सिद्धांत है मिठ बोलड़ा जी हर सज्जण स्वामी मोरा। हुण संभल थकी जी कदे ना बोले कौड़ा, कौड़ा बोल ना जाने पूर्ण भगवान औगण को ना चितारे।
ਤੇ ਫਿਰ ਦੂਸਰੇ ਨੰਬਰ ਦੇ ਉੱਤੇ ਮ੍ਰਿਦਲ। ਮ੍ਰਿਦਲ ਦਾ ਅਰਥ ਹੁੰਦਾ ਕੋਮਲ ਬੋਲਣਾ, ਸੌਫਟ ਹੋਵੇ ਜਿਹੜੀ ਬੋਲੀ। ਕਿਉਂਕਿ ਗੁਰੂ ਸਾਹਿਬ ਦੇ ਬਚਨ ਬੜੇ ਛੋਟੇ ਛੋਟੇ ਬਚਨ, ਬੜੇ ਕਮਾਲ ਦੇ ਬਚਨ ਨੇ। ਕੋਮਲ ਬਾਣੀ ਸਭ ਕੋ ਸੰਤੋਖ ਹੈ, ਟੂਟ ਪ੍ਰੀਤ ਗਈ ਬੁਰ ਬੋਲ, ਕਾਲਾਂ ਗੰਢ ਨਦੀਆਂ ਮੀ ਝੋਲ, ਟੂਟ ਪ੍ਰੀਤ ਗਈ ਬੁਰ ਬੋਲ। ਬੁਰੇ ਬੋਲ ਬੋਲਾਂਗੇ ਤੇ ਪ੍ਰੀਤ ਟੁੱਟੇਗੀ, ਲੇਕਿਨ ਕੋਮਲ ਬਾਣੀ ਸਭ ਕੋ ਸੰਤੋਖ ਹੈ। ਇਸ ਕਰਕੇ ਜੀਵਨ ਦੇ ਵਿੱਚ ਜਦੋਂ ਬੋਲੀਏ ਤੇ ਮ੍ਰਿਦਲ ਬੋਲੀਏ। ਤੇ ਤੀਸਰੇ ਨੰਬਰ ਦੇ ਉੱਤੇ ਜਦੋਂ ਬੋਲਣਾ ਹੋਵੇ, ਗੁਰੂ ਦਾ ਸਿਧਾਂਤ ਸਾਹਮਣੇ ਰੱਖਿਆ ਜਾਏ। ਸਾਡਾ ਬਾਬਾ ਜੀ ਬਾਬਰ ਦੇ ਸਾਹਮਣੇ ਨਹੀਂ ਡੋਲੇ ਸਤਿਗੁਰੂ ਨਾਨਕ ਪਾਤਸ਼ਾਹ ਜੀ, ਹਮਾਯੂੰ ਸਾਹਮਣੇ ਨਹੀਂ ਡੋਲੇ ਗੁਰੂ ਅੰਗਦ ਪਾਤਸ਼ਾਹ ਜੀ, ਅਕਬਰ ਸਾਹਮਣੇ ਨਹੀਂ ਡੋਲੇ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਜਹਾਂਗੀਰ ਦੇ ਸਾਹਮਣੇ ਨਹੀਂ ਡੋਲੇ ਗੁਰੂ ਅਰਜਨ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ ਜੀ। ਸ਼ਾਹਜਹਾਂ ਚੱਲਦਾ ਰਿਹਾ, ਬਹੁਤ ਕੁਝ ਕੀਤਾ ਉਹਨਾਂ ਲੋਕਾਂ ਨੇ। ਔਰੰਗਜ਼ੇਬ ਦੀ ਵਾਰੀ ਆਈ, ਫਰਖਸ਼ੀਅਰ ਦੀ ਵਾਰੀ ਆਈ, ਬਹਾਦਰ ਸ਼ਾਹ ਦੀ ਵਾਰੀ ਆਈ, ਲੇਕਿਨ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ, ਸੱਚ ਕੀ ਬੇਲਾ। ਪਰ ਕਦੀ ਗੁਰੂ ਵਿਵਾਦ ਨਹੀਂ ਖੜੇ ਕਰਦੇ। ਗੁਰੂ ਸਾਹਿਬ ਨੇ ਜਦੋਂ ਵੀ ਕੀਤਾ ਸੰਵਾਦ ਕੀਤਾ ਉਹਨਾਂ ਲੋਕਾਂ ਦੇ ਨਾਲ। ਸੰਵਾਦ ਦਾ ਅਰਥ ਹੁੰਦਾ ਆਪਣੇ ਕੋਲ ਜੋ ਕੁਝ ਹੈ ਦੂਸਰੇ ਨੂੰ ਦੇਣਾ ਤੇ ਦੂਸਰੇ ਤੋਂ ਪ੍ਰਾਪਤ ਕਰਨਾ। ਗੋਸ਼ਟੀਆਂ ਕੀਤੀਆਂ। ਇਸ ਕਰਕੇ ਜਦੋਂ ਬੋਲਣਾ ਹੋਵੇ ਤੇ ਨਿਰਵਿਵਾਦ ਬੋਲਿਆ ਜਾਏ। ਇਹ ਨਾ ਵੀ ਅਸੀਂ ਬਾਦ ਵਿਵਾਦ ਖੜਾ ਕਰਕੇ ਨਿਕਲ ਜਾਈਏ, ਮਗਰੋਂ ਪੱਗਾਂ ਲਾਦੀਆਂ ਹੋਣ। ਇਸ ਕਰਕੇ ਮਦਰ ਬੋਲਣਾ, ਮ੍ਰਿਦਲ ਬੋਲਣਾ ਤੇ ਨਿਰਵਿਵਾਦ ਬੋਲਣਾ। ਤੇ ਚੌਥੇ ਨੰਬਰ ਦੇ ਉੱਤੇ ਸੰਖੇਪ ਬੋਲਣਾ, ਟੂ ਦਾ ਪੁਆਇੰਟ ਗੱਲ ਕਰਨੀ। ਜੋ ਸਬਜੈਕਟ ਚੱਲ ਰਿਹਾ ਹੈ ਉਸ ਦੇ ਸੰਬੰਧ ਵਿੱਚ ਰੈਫਰੈਂਸ ਦੇਣੇ, ਪ੍ਰਮਾਣ ਦੇਣੇ, ਦ੍ਰਿਸ਼ਟਾਂਤ ਦੇਣੇ, ਤਾਂ ਕਿ ਸਾਨੂੰ ਆਪ ਵੀ ਸਮਝ ਲੱਗ ਸਕੇ, ਦੂਸਰੇ ਨੂੰ ਵੀ, ਸਰੋਤੇ ਨੂੰ ਵੀ ਸਮਝ ਲੱਗ ਸਕੇ। ਇਹ ਗੱਲ ਦਾ ਧਿਆਨ ਸਤਿਗੁਰੂ ਕਹਿੰਦੇ ਵੀ ਆਪਣੀ ਜ਼ਿੰਦਗੀ 'ਚ ਤਾਂ ਅਸੀਂ ਕਰ ਸਕਾਂਗੇ ਜਦੋਂ ਸਾਨੂੰ ਇਹ ਚਾਰਕ ਨੁਕਤੇ ਸਾਡੇ ਸਾਹਮਣੇ ਹੋਣਗੇ। ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਹੁਣ ਕਿੱਡਾ ਵੱਡਾ ਸਿੰਬਲ, ਲੇਕਿਨ ਉਹਦੀ ਵੱਡਤਣ ਦੇ ਵਿੱਚ ਫਿੱਕਾਪਨ। ਜੋ ਵੀ ਜੀਵ ਉਹਦੇ ਕੋਲ ਆਉਂਦਾ ਹੈ ਉਹ ਨਿਰਾਸ਼ ਹੋ ਕੇ ਜਾਂਦਾ। ਸਿੰਬਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਚੇਤ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਆ ਗੁਰੂ ਨੇ ਸਿਧਾਂਤ ਦਿੱਤਾ ਕਿ ਸਾਰੀਆਂ ਗੁਣ ਚੰਗਿਆਈਆਂ ਦਾ ਤਤ ਸਾਰ ਜਿਹੜਾ ਹੈ ਉਹ ਕੇਵਲ ਮਾਤਰ ਸਾਡੇ ਕੋਲ ਮਿੱਠਾ ਬੋਲਣਾ ਤੇ ਨਿਭ ਕੇ ਚੱਲਣਾ। ਜੀਵਨ ਵਿੱਚ ਹੰਕਾਰ ਨੇੜੇ ਨਹੀਂ ਆਣ ਦੇਣਾ। ਕਿਉਂਕਿ ਜਿਹੜਾ ਬੰਦਾ ਫਿੱਕਾਪਨ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ, ਸਤਿਗੁਰੂ ਕਹਿੰਦੇ ਉਹਦੀ ਪਰਿਭਾਸ਼ਾ ਕੀ ਬਣ ਜਾਂਦੀ? ਫਿੱਕਾ ਮੂਰਖ ਆਖੀ ਹੈ ਪਾਣਾ ਲਹਿ ਸਜਾਏ। ਫਿੱਕੇ ਮਨੁੱਖ ਨੂੰ ਲੋਕ ਮੂਰਖ ਹੀ ਆਖਦੇ ਨੇ, ਉਹਨੂੰ ਮੂਰਖ ਹੀ ਆਖਿਆ ਜਾ ਸਕਦਾ, ਮੂਰਖ ਹੀ ਕਹਿਣਾ ਚਾਹੀਦਾ ਹੈ। ਤੇ ਉਹਨੂੰ ਮਿਲਦਾ ਕੀ ਹੈ? ਸਤਿਕਾਰ ਤੇ ਸਨਮਾਨ ਨਹੀਂ ਮਿਲਦਾ, ਬਲਕਿ ਪਾਣਾ ਦਾ ਅਰਥ ਹੈ ਜੁੱਤੀਆਂ। ਲਹਿ ਸਜਾਏ, ਇਹ ਪਨਿਸ਼ਮੈਂਟ ਮਿਲਦੀ ਉਹਨੂੰ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ। ਫਿੱਕੇ ਨੂੰ ਕੇਵਲ ਫਿੱਕਾ ਹੀ ਕਹਿ ਕੇ ਬੁਲਾਇਆ ਜਾ ਸਕਦਾ। ਖਰਬਾ ਕਹਿੰਦੇ ਨੇ ਲੋਕ, ਇਹਦੇ ਕੋਲ ਨਹੀਂ ਬੈਠਣਾ, ਇਹਦੀ ਸੰਗਤ ਨਹੀਂ ਕਰਨੀ। ਫਿੱਕੇ ਫਿੱਕੀ ਸੋਏ, ਸੋਏ ਦਾ ਅਰਥ ਹੈ ਸ਼ੋਭਾ। ਉਹਦੀ ਜਿਹੜੀ ਸ਼ੋਭਾ ਹੈ, ਉਹਦੀ ਜਿਹੜੀ ਵਡਿਆਈ ਆਏਗੀ ਲੋਕਾਂ ਸਾਹਮਣੇ, ਉਹਦੀ ਭਾਵਨਾ ਆਏਗੀ, ਉਹਦਾ ਜੀਵਨ ਆਏਗਾ, ਉਹ ਵੀ ਕੇਵਲ ਤੇ ਕੇਵਲ ਫਿੱਕਾਪਨ ਦੇ ਵਿੱਚ ਹੀ ਹੋਏਗੀ। ਫਿੱਕਾ ਦਰਗਹਿ ਸਟੀਐ ਮੋਹ ਥੁੱਕਾਂ ਫਿੱਕੇ ਪਾਏ। ਉਸ ਨੂੰ ਪ੍ਰਭੂ ਦੀ ਦਰਗਾਹ ਤੋਂ ਬਾਹਰ ਸੁੱਟਿਆ ਜਾਏਗਾ। ਪ੍ਰਭੂ ਦੇ ਦਰ ਦੇ ਉੱਤੇ ਜਿਹੜੇ ਗੁਰਮੁਖਾਂ ਦੀ ਪ੍ਰਵਾਨਗੀ ਹੋਣੀ, ਉਸ ਲਿਸਟ ਦੇ ਵਿੱਚ ਉਹਦਾ ਨਾਂ ਨਹੀਂ, ਉਹਦੇ ਵਿੱਚ ਉਹਦੀ ਪ੍ਰਵਾਨਗੀ ਨਹੀਂ। ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਐ ਮੂੰਹ ਥੁੱਕਾਂ ਫਿੱਕੇ ਪਾਏ। ਉਹਦੇ ਮੂੰਹ ਦੇ ਉੱਤੇ ਲਾਹਣਤ ਰੂਪ ਥੁੱਕਾਂ ਪੈਂਦੀਆਂ ਨੇ, ਲੋਕ ਲਾਹਣਤਾਂ ਪਾਉਂਦੇ। ਜਦੋਂ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਖਰਬਾ ਬੋਲਦਾ ਹੈ, ਇਹ ਜੀਵਨ ਜਾਚ ਗੁਰਬਾਣੀ ਦੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਕਿ ਮਨੁੱਖ ਮਾਤਰ ਇੱਕ ਸੁਖਾਵਾਂ ਜੀਵਨ ਸੰਸਾਰ ਦੇ ਅੰਦਰ ਕਿਵੇਂ ਪੈਦਾ ਕਰ ਸਕਦਾ ਹੈ, ਆਪਣਾ ਜੀਵਨ ਕਿਵੇਂ ਸੌਖਾ ਜੀ ਸਕਦਾ ਹੈ। ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਏ।
ਫਿੱਕੇ ਮਨੁੱਖ ਨੂੰ ਕੇਵਲ ਮੂਰਖ ਹੀ ਆਖਿਆ ਜਾਂਦਾ ਹੈ। ਆਖਣਾ ਚਾਹੀਦਾ ਹੈ ਪਾਣਾ ਲਹਿ ਸਜਾਏ, ਉਹ ਕੇਵਲ ਜੁੱਤੀਆਂ ਦੀ ਸਜ਼ਾ ਪ੍ਰਾਪਤ ਹੁੰਦੀ, ਉਹਨੂੰ ਕੇਵਲ ਮਾਰ ਹੀ ਪੈਂਦੀ ਹੈ। ਸਤਿਗੁਰੂ ਕਹਿੰਦੇ ਜੇ ਹੁਣ ਜੀਵਨ ਨੂੰ ਸਵਾਰਨਾ ਹੋਵੇ, ਫਿੱਕਾ ਬੋਲਣ ਤੋਂ ਬਚਣਾ ਹੋਵੇ, ਤੇ ਫਿਰ ਇਹ ਗੱਲ ਚੇਤੇ ਰੱਖੋ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਮੇਰੀ ਜ਼ੁਬਾਨ ਤੋਂ ਦੂਜਾ ਬੰਦਾ ਨਹੀਂ ਮਿੱਠਾ ਬੋਲੇਗਾ, ਮੈਨੂੰ ਮਿੱਠਾ ਆਪ ਹੀ ਬੋਲਣਾ ਪਏਗਾ। ਮੈਨੂੰ ਚੰਗੇ ਸ਼ਬਦਾਂ ਦੀ ਵਰਤੋਂ, ਦੂਜੇ ਨੂੰ ਆਦਰ ਸਤਿਕਾਰ ਦੇ ਨਾਲ ਬੁਲਾਉਣਾ। ਸਿਆਣੇ ਹੋਰ ਵੀ ਪਿੰਡਾਂ 'ਚ ਕਹਿੰਦੇ ਖੂਹ ਹੁੰਦੇ ਸਨ, ਖੂਹ ਦੇ ਵਿੱਚ ਜਿਹੋ ਜਿਹੀ ਆਵਾਜ਼ ਮਾਰਾਂਗੇ ਉਹ ਆਵਾਜ਼ ਵਾਪਸ ਆਏਗੀ। ਜਦੋਂ ਅਸੀਂ ਦੂਜੇ ਨੂੰ ਫਿੱਕਾ ਬੋਲਾਂਗੇ ਆਪ ਵੀ ਸੜਾਂਗੇ ਤੇ ਦੂਜੇ ਨੂੰ ਵੀ ਸਾੜਾਂਗੇ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਆਪਣੀ ਜ਼ਿੰਦਗੀ ਵਿੱਚ ਇਹ ਕਾਰਜ ਮਿੱਠਾ ਬੋਲਣ ਦਾ, ਫਿੱਕਾਪਨ ਤੋਂ ਬਚਣ ਦਾ, ਬੇਰਸ ਹੋਣ ਤੋਂ ਬਚਣ ਦਾ, ਇਹ ਕਾਰਜ ਸਾਨੂੰ ਆਪ ਸਵਾਰਨ ਦੀ ਜ਼ਰੂਰਤ ਹੈ। ਹੁਣ ਉਹ ਲੋਕ ਜਿਹੜੇ ਆਪਣੇ ਜੀਵਨ ਦੇ ਵਿੱਚ ਕੇਵਲ ਵਿਖਾਵਾ ਕਰਦੇ ਸਨ, ਉਹਨਾਂ ਲੋਕਾਂ ਦੀ ਜੀਵਨ ਜਾਂਚ ਜਿਨ੍ਹਾਂ ਨੇ ਕੇਵਲ ਮਾਤਰ ਮਾਨਸ ਖਾਣੇ ਕਰੈ ਨਿਵਾਜ, ਛੁਰੀ ਬਗਾਇਨ ਤਿੰਨ ਗਲ ਤਾਗ, ਤਿੰਨ ਘਰ ਬ੍ਰਾਹਮਣ ਪੂਰੈ ਨਾਦ, ਉਹਨਾਂ ਵੀ ਆਵੇ ਉਹੀ ਸਾਧ, ਕੂੜੀ ਰਾਸ ਕੂੜਾ ਵਾਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬਗਲ ਸਮਾਧਨ। ਇਹੋ ਜਿਹੇ ਲੋਕ ਜਿਹੜੇ ਸਨ, ਉਹਨਾਂ ਲੋਕਾਂ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ ਵੀ ਜੇ ਅਸੀਂ ਵਿਖਾਵੇ ਤੋਂ ਬਚਣ ਦਾ ਕਾਰਜ ਕਰਨਾ ਹੈ, ਵਿਖਾਵੇ ਤੋਂ ਬਚ ਕੇ ਆਪਣੇ ਆਪ ਨੂੰ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਕਰਨਾ, ਇਹ ਕਾਰਜ ਵੀ ਸਾਨੂੰ ਆਪ ਹੀ ਕਰਨਾ ਪੈਣਾ, ਉਹ ਦੂਸਰਾ ਨਹੀਂ ਕਰ ਸਕੇਗਾ। ਮਹਿਲਾ ਪਹਿਲਾ, ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਜਿਹੜੇ ਅੰਦਰੋਂ ਝੂਠ ਨਾਲ ਸੰਬੰਧ ਰੱਖਦੇ ਨੇ, ਅੰਦਰੋਂ ਝੂਠੇ ਹਨ ਤੇ ਬਾਹਰ ਤੋਂ ਆਪਣੇ ਜੀਵਨ ਦੇ ਵਿੱਚ ਬੜੀ ਪੈਜ ਬਣਾ ਕੇ, ਬੜੀ ਪੈਂਠ ਬਣਾ ਕੇ ਫਿਰਦੇ, ਬੜੀ ਇੱਜ਼ਤ ਬਣਾ ਕੇ ਫਿਰਦੇ। ਦੁਨੀਆ ਅੰਦਰ ਫੈਲ, ਫੈਲ ਦਾ ਅਰਥ ਹੁੰਦਾ ਫੈਲਾਵ, ਅਡੰਬਰ, ਵਿਸਥਾਰ। ਔਰ ਗੁਰੂ ਨਾਨਕ ਨੇ ਕਮਾਲ ਕੀਤੀ ਹੈ ਵੀ ਜਦੋਂ ਦੁਨੀਆ ਦੇ ਅੰਦਰ ਪ੍ਰਸਿੱਧ ਹੋ ਗਏ ਨਾ, ਅੱਜ ਤੁਸੀਂ ਵੇਖੋਗੇ ਡੇਰਾਬਾਦ ਦੇ ਵਿੱਚ, ਹੋਰ ਪਖੰਡ ਦੇ ਵਿੱਚ, ਜਿਵੇਂ ਜਿਵੇਂ ਉਹਨਾਂ ਲੋਕਾਂ ਦੀ ਪ੍ਰਸਿੱਧੀ ਹੁੰਦੀ ਜਾਂਦੀ, ਫੇਮਸ ਹੁੰਦੇ ਜਾਂਦੇ ਨੇ, ਤਿਵੇਂ ਤਿਵੇਂ ਉਹ ਲੋਕ, ਉਹਨਾਂ ਦਾ ਘਰ-ਬਾਰ, ਡੇਰਾਬਾਦ, ਉਹਨਾਂ ਦਾ ਰਹਿਣ ਸਹਿਣ ਕਿੰਨਾ ਬਦਲ ਜਾਂਦਾ, ਕਿੰਨਾ ਚਮਕ ਦਮਕ ਵਾਲਾ ਹੋ ਜਾਂਦਾ। ਲੇਕਿਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਕੋਈ ਅਡੰਬਰ ਨਹੀਂ, ਸਗੋਂ ਸੰਕੋਚਿਆ ਆਪਣੇ ਆਪ ਨੂੰ, ਜਿਵੇਂ ਇੱਕ ਦੁਕਾਨਦਾਰ ਕੱਪੜੇ ਪਹਿਨਦਾ ਹੈ, ਜਿਵੇਂ ਇੱਕ ਕਿਰਸਾਨ ਕੱਪੜੇ ਪਹਿਨਦਾ ਹੈ, ਜਿਵੇਂ ਕਿਰਤੀ ਕੱਪੜੇ ਪਹਿਨਦਾ, ਉਹ ਵਸਤਰ ਪਹਿਨ ਕੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੇ ਧਰਮ ਪ੍ਰਚਾਰ ਦੀ ਸੇਵਾ ਕੀਤੀ ਇੱਥੋਂ ਕਰਤਾਰਪੁਰ ਸਾਹਿਬ ਤੋਂ। ਲੇਕਿਨ ਜਿਹੜੇ ਲੋਕ ਆਪਣੀ ਜ਼ਿੰਦਗੀ ਵਿੱਚ ਚੱਲ ਰਹੇ ਨੇ, ਸਤਿਗੁਰੂ ਉਹਨਾਂ ਦੀ ਗੱਲ ਕਰਦੇ, ਕਹਿੰਦੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। ਦੁਨੀਆ ਅੰਦਰ ਬੜੇ ਫੈਲੇ ਹੋਏ, ਬੜੀ ਪ੍ਰਸਿੱਧੀ ਹੈ। ਇਹੋ ਜਿਹੇ ਲੋਕ 68 ਤੀਰਥ ਜੇ ਨਹਾਵੇਂ ਉਤਰੈ ਨਾਹੀ ਮੈਲ। 68 ਤੀਰਥਾਂ ਤੇ ਜਾ ਕੇ ਜੇ ਇਸ਼ਨਾਨ ਵੀ ਕਰਨ, ਅੰਤਰ ਮੈਲ ਜੇ ਤੀਰਥ ਨਹਾਵੇਂ, ਤਿਸੈ ਬੈਕੁੰਠ ਨਾ ਜਾਣਾ, ਲੋਕ ਪਤੀਣਾ ਕਛੂ ਨਾ ਹੋਈ ਹੈ, ਨਾ ਹੀ ਰਾਮ ਇਆਨਾ। ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਉਹਨਾਂ ਨੇ ਤੀਰਥਾਂ ਦੀ ਕੀਤੀ, ਤੇ ਸਤਿਗੁਰੂ ਜਦੋਂ ਇਲਾਹਾਬਾਦ ਗਏ, ਉਹਨਾਂ ਲੋਕਾਂ ਨੇ ਕਿਹਾ ਵੀ ਅਸੀਂ ਇਸ਼ਨਾਨ ਕਰਦੇ ਹਾਂ। ਸਤਿਗੁਰੂ ਕਹਿੰਦੇ ਕਰੋ, ਸਰੀਰ ਧੋਵੋ ਜਿੰਨਾ ਮਰਜੀ, ਮੈਂ ਵੀ ਧੋਦਾ ਹਾਂ। ਗੁਰਸਿੱਖ ਨੂੰ ਹੁਕਮ ਹੈ ਕਿ ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਾ ਬੰਦਾ। ਲੇਕਿਨ ਸਰੀਰ ਧੋਣ ਦੇ ਨਾਲ ਅੰਦਰੋਂ ਥੋੜੀ ਧੋਤੇ ਜਾਵਾਂਗੇ। ਅੰਦਰ ਨੂੰ ਧੋਣ ਵਾਸਤੇ ਤਾਂ ਭਰੀ ਹੈ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਤੇ ਸਤਿਗੁਰੂ ਨੇ ਕਹਿੰਦੇ ਉੱਥੇ ਬਚਨ ਕੀਤੇ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, 10 ਪੁਰਬ ਸਦਾ ਦਸਾਰਾ, ਹੁਣ ਨਾਮ ਹਰ ਕਾ ਸਦਾ ਜਾਚੋਂ, ਦੇਹ ਪ੍ਰਭ ਧਰਨੀ ਧਰਾ। हे ਪ੍ਰਭੂ ਜੀ, ਉਹ ਕਿਰਪਾ ਕਰੋ ਮੇਰੇ ਤੇ ਕਿ ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਮੇਰੇ ਵਾਸਤੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੇਰਾ ਹੁਕਮ ਹੀ ਮੇਰੇ ਵਾਸਤੇ, ਤੇਰਾ ਨਾਮ ਹੀ ਮੇਰੇ ਵਾਸਤੇ ਤੀਰਥ ਹੈ। ਤੀਰਥ ਸ਼ਬਦ ਵਿਚਾਰ, ਸ਼ਬਦ ਨੂੰ ਵਿਚਾਰਨਾ ਤੇ ਸ਼ਬਦ ਦੀ ਵਿਚਾਰ ਅਨੁਸਾਰੀ ਅਮਲ ਕਰਨਾ ਮੇਰੇ ਵਾਸਤੇ ਇਹੀ ਤੀਰਥ ਹੈ। ਲੇਕਿਨ ਇਹ ਤੋਂ ਬਿਨਾਂ ਜੇ ਕੋਈ ਮਨੁੱਖ ਸਰੀਰਕ ਤੌਰ ਦੇ ਉੱਤੇ ਕੰਮ ਕਰਦਾ ਹੈ, 68 ਤੀਰਥ ਜੇ ਨਹਾਵੇ ਉਤਰੈ ਨਾਹੀ ਮੈਲ, ਤੇ ਮੈਲ ਉਤਰਦੀ ਨਹੀਂ, ਆਤਮਿਕ ਪਵਿੱਤਰਤਾ ਪ੍ਰਾਪਤ ਨਹੀਂ ਹੁੰਦੀ। ਉਹਨਾਂ ਦੇ ਮੁਕਾਬਲੇ ਵਿੱਚ ਜਿਨ ਪਟ ਅੰਦਰ ਬਾਹਰ ਗੋਦੜ ਤੇ ਭਲੇ ਸੰਸਾਰ, ਜਿਹੜੇ ਅੰਦਰੋਂ ਰੇਸ਼ਮ ਵਰਗੇ ਕੂਲੇ ਨੇ, ਕੋਮਲ ਨੇ,
बाहरों भावें गोदड़ी लैके बैठे ने, कपड़े फटे पुराने ने, बस्ता टूटी झुंपड़ी चीर सब छिन्ना, जात ना पत ना आदर उद्यान पर महीना। ये सतगुरु कहते राजा सगली श्रेष्ठ का हर नाम मन भिन्ना। ਜਿਹਦੇ अंदर प्रभु का सिमरन, प्रभु की बरकत, ਉਹਦੇ पाटे हुए कपड़ियां ਵਿੱਚ भी वो बादशाह है। ਉਹ गोबिंद 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 संग नाम दिओ मन लीना, आठ दाम को शीपर होयो लाखीना। इस करके जिन पट अंदर ਜਿਹੜੇ पट वांगू रेशम वांगू अंदरों कूले हो चुके ने, कोमल हो चुके ने, सॉफ्ट हो चुके ने, निर्मल हो चुके ने, बाहर गुदड़ ते भले संसार। संसार विच वो भले पुरुष ने, तिन नेह लगा रब सेती, देखने विचार प्रभु के दर्शना की विचार नूं लै करके विचार विच लीन हो करके भी सानू रब के दर्शन होण, अपने अंदरों भी खलकत विचों भी। क्योंकि मनुखता की सेवा उही करेगा, मनुखता नाल प्यार उही करेगा। फरीदा खालक खलक मैं खलक बसै रब माहे, मंदा किसनों आखिए जा तिस बिन कोई नाहे। देखने विचार उन्हां नूं रब दे नाल प्यार लग जांदा है। रंग हसे रंग रोवै चुप भी कर जाहे। वो फिर रंग का अर्थ प्यार विच ही हसदे ने, किसी गरीब के उत्ते नहीं हसदे, क्योंकि उन्होंने गुरु का वचन चेते है। कबीर रंग ना हसीए गर्व ना कीजिए, रंग ना हसीए कोय, अजो सो नाओ समुद्र में क्या जानो क्या होए। रंग हसें रंग रोवें, वो विपता समय नहीं रोंदे, बल्कि मनुखता का दर्द लैके रोंदे हो, मनुखता के दर्द में तत्पर होंदे आ। उन्होंने देख करके बाबा देखा ध्यान तर जलती सब पृथ्वी दसियाई, बाजों गुरु गुबारे है कर दी सुनी लुकाई। बाबे पेख बनाया उदासी किरी चुलाई, चढ़िया सोधन धरत लुकाई। प्रवाह ना ही किसा केरी बाह सच्चै नाम, वो अपने उस पति प्रभु तो बिना किसी होर दी परवाह नहीं करते। बेप्रवाह सदा रंग हर के जाको पाक स्वामी, दर बाट उपर खर्च मंगा जवै देता खाहे। वो जिंदगी रूपी रास्ते के उत्ते चलते हुए ਉਹਦੇ दर तो खर्च मंगते ने। खर्च वन चंगियाइयां मत मन जाने कल, अपनी जिंदगी चंगियाइयां का खर्च सच्चे पातशाह सानू चंगे गुणों का खर्च दे। ये दात मंगते हैं तो परमात्मा उन्होंने दिंदा है, तो छकते हैं। दीवान एको कलम एका हमा तुमा मेल, उन्होंने पता है कि इको दरबार है फैसला करने वाला, एक दी कलम सारिਆਂ ਦੇ लेख लिखण वाली है। साडा तुहाडा सारिਆਂ ਦਾ मेल वो परमात्मा करवाउंदा है। दर लै लेखा पीड़ छुटै, नानका ज्यों तेल। ਜਿਹੜੇ ਮੰਦਕਰਮੀ ਲੋਕ ਨੇ ਫਿਰ ਉਹਨਾਂ ਨੂੰ ਦੁੱਖ ਵਿੱਚ ਪਾ ਕੇ, ਜਿਵੇਂ ਸੋਨੇ ਨੂੰ ਕੁਠਾਲੀ ਵਿੱਚ ਪਾ ਕੇ ਸ਼ੁੱਧ ਕੀਤਾ ਜਾਂਦਾ ਹੈ, ਇਵੇਂ ਉਹਨਾਂ ਨੂੰ ਸੋਧਿਆ ਜਾਂਦਾ ਹੈ। ਦਰ ਲੈ ਲੇਖਾ, ਉਹ ਲੇਖਾ ਮੰਗਦਾ ਹੈ, ਲੇਖਾ ਲੈਂਦਾ ਹੈ ਕਰਮਾਂ ਦਾ। ਤੇ ਇਸ ਕਰਕੇ ਫਿਰ ਪੀੜ ਛੁੱਟੈ ਨਾਨਕਾ ਜਿਉਂ ਤੇਲ, ਜਿਵੇਂ ਤਿਲ ਪੀੜ ਕੇ ਉਹਦਾ ਤੇਲ ਕੱਢਿਆ ਜਾਂਦਾ, ਇਵੇਂ ਉਹਨੂੰ ਪੀੜ ਦਾ ਦੁੱਖਾਂ ਦੇ ਵਿੱਚ ਉਹਦੇ ਵਾਸਤੇ ਫਿਰ ਦੁੱਖ ਦਾਰੂ ਸੁਖ ਰੋਗ ਪਿਆ पै पे तन खीण होए, लोभ रत बिचों जाए, ज्यों बेसंतर धात शुद्ध होए, त्यों हर का पौ दुरमत मैल गवाए। फिर सतगुरु पौड़ी दे अंदर बख्शिश करते हैं, पौड़ी आपे ही करना कीओ कल आपे ही तै धारी है। हे अकाल पुरख जीओ, जो सृष्टि रचना कीती है ये तेरा कीता होया करना, तेरी रचना है, तो ये अंदर तू आप ही शक्ति धारण करके बैठा है। आप ही न आप साजियो, आप ही न रचियो नाओ। देखा कीता अपना तर कच्ची पक्की सारी है, तू ये कच्चियां ते पक्कियां नरदा जीवां दे रूप विच बब्बै बाजी खेलन लगा। चौपड़ कीते चार जुगा, जी जन सब सारी कीते पासा टालन आप लगा। ये तू आप फिर इहदी संभाल करता है। जो आया सो चल सी, सब कोई आई बारी है। जो भी संसार में पैदा होवेगा जीव, उन्होंने चलना पएगा संसार तो आई हुई बारी के मुताबिक। जिसके जी प्राण है क्यों साहे मनो विसारी है। ਜਿਹਦੀ ਕਿਰਪਾ ਦੇ ਨਾਲ ਸਾਡੇ ਪ੍ਰਾਣ ਚੱਲ ਰਹੇ ਹੈ, ਸਾਡੀ ਸਤਾ ਚੱਲ ਰਹੀ, ਸਾਡਾ ਸਰੀਰ ਕਾਰਜ ਕਰ ਰਿਹਾ ਹੈ, ਸਤਿਗੁਰੂ ਕਹਿੰਦੇ ਫਿਰ ਉਹਨੂੰ ਕਿਉਂ ਆਪਣੇ ਹਿਰਦੇ 'ਚੋਂ ਵਸਾਰਿਆ ਜਾਏ। ਤੇ ਇਹ ਕਾਰਜ ਕਿਸੇ ਦੂਜੇ ਉੱਤੇ ਨਿਰਭਰ ਨਾ ਕਰੀਏ, ਬਲਕਿ ਸਤਿਗੁਰੂ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਇਹ ਸਿਮਰਨ ਕਰਨਾ, ਜੀਵਨ ਜਾਚ ਪ੍ਰਾਪਤ ਕਰਨੀ, ਚੰਗੇ ਇਨਸਾਨ ਬਣਨਾ, ਇਹ ਕੇਵਲ ਤੇ ਕੇਵਲ ਆਪਣੇ ਹੱਥੀਂ ਬਣਿਆ ਜਾ ਸਕਦਾ ਹੈ, आप बनया जा सकता है। सतगुरु कृपा करे। और ये वास्ते एको एक तरीका इस न होर थाव ना ही शब्द लाग सवारी आ कि असी जो शब्द विचार करते हैं, कीर्तन सुनते हैं, ਉਹਦੇ ਵਿੱਚ ਲਿਵ ਜੋੜੀ ਜਾਏ ਤੇ ਸਾਡੇ ਜੀਵਨ ਦੇ ਵਿੱਚ ਅਮਲ ਦਾ ਰੂਪ ਧਾਰਨ ਕਰ ਸਕੇ। ਦਾਸ ਇੰਨਾ ਕੁਝ ਕਹਿੰਦਾ, ਖਿਮਾ ਦਾ ਜਾਚਕ ਹੈ, ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ ਤੇ ਗੁਰੂ ਕੇ ਬਚਨ ਗੁਰੂ ਕੇ ਸਮਝ ਕੇ ਹਿਰਦੇ 'ਚ ਵਸਾ ਲੈਣੇ, ਤਾਂ ਕਿ ਭਰੀ ਹਾਜ਼ਰੀ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੇ। ਸਾਰਿਆਂ ਦਾ ਧੰਨਵਾਦ।
करो फतेह दी सांझ आखो जी। वाहिगुरु जी का खालसा वाहिगुरु जी की फतेह।